ਨਾਦ ਜਪ। ਆਦ ਸੱਚ ਜੁਗਾਦ ਸੱਚ। ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਅੰਤ ਨ ਪਾਵਤ ਦੇਵ ਸਭੈ ਮੁਨ। ਇੰਦਰ ਮਹਾ ਸਿਵ ਜੋਗ ਕਰੀ। ਪੁਨ ਬੇਦ ਬਿਰੰਚ ਵਿਚਾਰ ਰਹਿਓ। ਹਰ ਜਾਪ ਨ ਛਾਡਿਓ ਏਕ ਕਰੀ। ਮਥੁਰਾ ਜਨ ਕਉ ਪ੍ਰਭ ਦੀਨ ਦਇਆਲ ਹੈ। ਸੰਗਤ ਸ੍ਰਿਸ਼ਟ ਨਿਹਾਲ ਕਰੀ। ਰਾਮਦਾਸ ਗੁਰੂ ਜਗ ਤਾਰਨ ਕਉ। ਗੁਰ ਜੋਤ ਅਰਜੁਨ ਮਾਹੀ ਤਰੀ। ਕਿਰਪਾ ਕਰਹੁ ਦੀਨ ਕੀ ਦਾਤੇ। ਮੇਰਾ ਗੁਣ ਅਵਗੁਣ ਨ ਵਿਚਾਰਹੁ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ। ਮਾਨਸ ਕੀ ਗਤ ਏਹੀ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਕਹਾ ਲੱਗੈ ਇਹੋ ਕੀਟ ਬਖਾਨੈ। ਮਹਿਮਾ ਤੋਰ ਤੁਹੀ ਪ੍ਰਭ ਜਾਨੈ। ਪਿਤਾ ਜਨਮ ਜਿਮ ਪੂਤ ਨਾ ਪਾਵੈ। ਕਹਾ ਤਵਨ ਕਾ ਭੇਦ ਬਤਾਵੈ। ਸੋ ਕਹੋ ਟਲ ਗੁਰ ਸੇਵੀਐ। ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਦਰਸ਼ਨ ਪਰਸੈ ਗੁਰੂ ਕੈ। ਜਨਮ ਮਰਨ ਦੁਖ ਜਾਏ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਜਿਹੋ ਪ੍ਰਸਾਦ ਧਰ ਉਪਰ ਸੁਖ ਬਸ ਹੈ। ਸੁਤ ਪ੍ਰਾਤ ਮੀਤ ਬਨਤਾ ਸੰਗ ਹੱਸ ਹੈ। ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ। ਸੁਤ ਪ੍ਰਾਤ ਮੀਤ ਬਨਤਾ ਸੰਗ ਹੱਸ ਹੈ। ਜਿਹ ਪ੍ਰਸਾਦ ਪੀਵਹਿ ਸੀਤਲ ਜਲਾ। ਸੁਖਦਾਈ ਪਵਨ ਪਾਵਕ ਅਮੁੱਲਾ। ਜਿਹ ਪ੍ਰਸਾਦ ਭੋਗਹਿ ਸਭ ਰਸਾ। ਸਗਲ ਸਮਗਰੀ ਸੰਗ ਸਾਥ ਬਸਾ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ। ਤਿਸ ਹੈ ਤਿਆਗ ਅਵਰ ਸੰਗ ਰਚਨਾ। ਐਸੇ ਦੋਖ ਮੂੜ ਅੰਧ ਵਿਆਪੇ। ਨਾਨਕ ਕਾਢ ਲੇਹੁ ਪ੍ਰਭ ਆਪੇ। ਐਸੇ ਦੋਖ
ਮੂੜ ਅੰਧ ਬਿਆਪੇ। ਨਾਨਕ ਕਾਢ ਲੇਹੋ ਪ੍ਰਭ ਆਪੇ। ਜਿਹ ਪ੍ਰਸਾਦ ਧਰ ਉਪਰ ਸੁਖ ਬਸਹਿ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜੂਰ, ਜਾਹਰਾ ਜਹੂਰ, ਦੀਨਾ ਬੰਧੂ ਭਗਤ ਵਛਲ, 10 ਪਾਤਸ਼ਾਹੀਆਂ ਜੀ ਕੇ ਪਾਵਨ ਪਵਿੱਤਰ ਸਵਰੂਪ, ਕਰੁਣਾ ਨਿਦਾਨ ਜਗ ਦਾਤੇ, ਨੇਚਲ ਚੌਰ ਛਤਰ ਤਖਤ ਕੇ ਮਾਲਕ, ਧੰਨ 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 ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸੱਚੇ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਦੇ ਸੱਜ ਰਹੇ ਦੀਵਾਨ ਅੰਦਰ ਖੁੱਲੇ ਦਰਸ਼ਨ ਦੀਦਾਰ ਕਰਨੇ ਦਾ ਪਾਵਨ ਪਵਿੱਤਰ ਸੁਭਾਗ ਆਪਾਂ ਨੂੰ ਪ੍ਰਾਪਤ ਹੋਇਆ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਆਂ ਦੀ ਸਿਫਤ ਸਲਾਘਾ ਵਡਿਆਈ ਹਰ ਸੁਰਤੀ ਬਿਰਤੀ ਨਾਮ ਵਿੱਚ ਜੋੜਨੇ ਕਾਰਨੇ ਇਸ ਪ੍ਰਯੋਜਨ ਨੂੰ ਹਿਰਦੇ ਵਿੱਚ ਰੱਖ ਆਪਾਂ ਨਿਤਾ ਪ੍ਰਤੀ ਪਾਵਨ ਗੁਰੂ ਦਰਬਾਰ ਸਤ ਸੰਗਤ ਦੀਆਂ ਕੜੀਆਂ ਦਾ ਆਨੰਦ ਮਾਣਦੇ ਹਾਂ। ਉਮਰ ਸੋਈ ਵਿੱਚ ਲੇਖੇ ਜੋ ਯਾਦ ਸਾਈਂ ਦੀ ਗੁਜਰੇ, ਪੈਂਦੀ ਮੁਜਰੇ ਉਹੀ ਸਮਾਂ ਸਫਲ ਹੈ ਜੇ ਸਮੇਂ ਪ੍ਰਭੂ ਪਰਮੇਸ਼ਰ ਯਾਦ ਆਉਂਦਾ। ਪਿਛਲੇ ਸਮੇਂ ਤੋਂ ਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਆਪਾਂ ਪਾਵਨ ਗੁਰੂ ਬਾਣੀ ਸ੍ਰੀ ਸੁਖਮਣੀ ਸਾਹਿਬ ਲਗਾਤਾਰ ਪੜ੍ਹਦੇ ਸੁਣਦੇ ਵਿਚਾਰਦੇ ਆ ਰਹੇ ਹਾਂ, ਜਿਹਦੇ ਵਿੱਚ ਮਹਾਰਾਜ ਜੀਆਂ ਨੇ ਨਾਮ ਜਪਣ ਦੇ ਬੇਅੰਤ ਲਾਭ ਫਲ ਦੱਸੇ ਆ। ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੇ ਖੋਤ। ਗੁਰਬਾਣੀ ਵਿੱਚ ਜਿਹੜਾ ਇਹਦਾ ਪਾਵਨ ਗੁਰਬਾਣੀ ਦਾ ਆਸ਼ਾ ਸਿਧਾਂਤ ਹੈ, ਇਹ ਰਤਨ ਹੈ। ਗੁਰਬਾਣੀ ਸਮੁੰਦਰ ਵੱਤ ਹੈ, ਆਸ਼ਾ ਸਿਧਾਂਤ ਰਤਨ ਹੈ, ਸ਼ੁਭ ਸਿੱਖਿਆ ਤੇ ਪ੍ਰਾਪਤ ਉਹਨੂੰ ਹੁੰਦੀ ਹੈ ਜਿਹੜਾ ਸੁਰਤੀ ਨੂੰ ਡੂੰਘੇ ਤਲ ਤੇ ਲੈ ਜਾਂਦਾ ਹੈ। ਇਸ ਪਾਵਨ ਗੁਰਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ, ਵਿਚਾਰ ਰੂਪੀ ਟੁਬਕੀਆਂ ਲਾਉਂਦਾ ਹੈ, ਉਸ ਨੂੰ ਖਾਲਸਾ ਜੀਏ ਗੁਰਬਾਣੀ ਵਿੱਚੋਂ ਬੇਅੰਤ ਅਨੁਭਵ, ਬੇਅੰਤ ਦਾਤਾਂ, ਖੁਸ਼ੀਆਂ, ਖੇੜੇ, ਆਨੰਦ ਸਤਿਗੁਰਾਂ ਦੀ ਗੁਰਬਾਣੀ ਬਖਸ਼ਿਸ਼ ਕਰਦੀ ਹੈ। ਆਓ ਸਤਿਗੁਰਾਂ ਦੀ ਪਾਵਨ ਗੁਰਬਾਣੀ ਕਥਾ ਵਿਚਾਰ ਨਾਲ ਜੁੜੀਏ। ਚਿੱਤ ਬਿਰਤੀ ਇਕਾਗਰ ਕਰੋ। ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਹਿਰਦੇ ਵਸਾਓ। ਆਖਣਾ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜਿਹ ਪ੍ਰਸਾਦ ਧਰ ਉਪਰ ਸੁਖ ਬਸਹਿ। ਤੋ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਮਿਹਰਾਮਤਾਂ ਕਰਕੇ
ਗੁਰਬਾਣੀ ਦੇ ਕੀਤੇ ਸਾਡੇ ਉੱਤੇ ਪਰਉਪਕਾਰ ਸੱਚੇ ਪਾਤਸ਼ਾਹ ਜੀ ਜਣਾਉਂਦੇ ਗਣਾਉਂਦੇ ਆ ਕਿ ਵੇਖ ਪ੍ਰਾਣੀ ਪਰਮੇਸ਼ਰ ਨੇ ਤੇਰੇ ਉੱਪਰ ਕਿੰਨੇ ਪਰਉਪਕਾਰ ਕੀਤੇ ਹਨ, ਕਿੰਨੀਆਂ ਮਿਹਰਾਮਤਾਂ ਉਸ ਦੀਨ ਦਿਆਲ ਪਾਤਸ਼ਾਹ ਸਤਿਗੁਰਾਂ ਨੇ ਤੇਰੇ ਉੱਪਰ ਕੀਤੀਆਂ। ਉਹਦੇ ਵਿੱਚੋਂ ਕੱਲ ਮਹਾਰਾਜ ਦੀਆਂ ਬੇਅੰਤ ਦਾਤਾਂ ਗਣਾਈਆਂ, ਜਿਹਦੇ ਵਿੱਚੋਂ ਆਪਾਂ ਕੁਝ ਕੱਲ ਸ਼ਰਵਣ ਕੀਤੀਆਂ ਹਨ। ਅੱਜ ਮਹਾਰਾਜ ਹੋਰ ਕਿਰਪਾ ਕਰਕੇ ਦੱਸਦੇ ਆ, ਜਿਹ ਪ੍ਰਸਾਦ ਧਰ ਉਪਰ ਸੁਖ ਬਸੈ। ਹੇ ਪ੍ਰਾਣੀ, ਹੇ ਪ੍ਰਾਣਾਧਾਰੀ ਜੀਵ, ਜਿਸ ਵਾਹਿਗੁਰੂ ਪ੍ਰਭੂ ਪਰਮੇਸ਼ਰ ਦੀ ਕਿਰਪਾ ਦੇ ਸਦਕਾ ਤੂੰ ਧਰਤੀ ਤੇ ਸੁਖੀ ਵਸਦਾ, ਸੁਖ ਭੋਗਦਾ, ਕਿਉਂਕਿ ਜਿੰਨੇ ਸੁਖ ਖਾਲਸਾ ਜੀ ਮਨੁੱਖਾ ਦੇਹੀ ਅੰਦਰ ਹੈ, ਉਹਨੇ ਸੁਖ ਹੋਰ ਕਿਸੇ ਜੂਨੀ ਅੰਦਰ ਨਹੀਂ। ਇਸ ਮਨੁੱਖ ਨੂੰ ਮਹਾਰਾਜ ਨੇ ਜਿਹੜੀ ਸੋਝੀ ਦਿੱਤੀ ਹੈ, ਇਸੇ ਦੇ ਕਾਰਨ ਸਾਰੀ ਧਰਤੀ ਦਾ ਪਾਣੀ ਭਰਦੀ ਹੈ। ਸਾਰੇ ਜੀਵ ਜੰਤੂ ਮਨੁੱਖ ਦਾ ਭੈ ਮੰਨਦੇ ਹਨ। ਹਾਥੀ ਵਰਗੇ ਜਾਨਵਰ ਬੇਅੰਤ ਬਲ ਰੱਖਦੇ ਆ, ਪਰ ਵੇਖੋ ਆਪਣੀ ਸੋਝੀ ਨਾਲ ਇਹਨੇ ਉਹ ਹਾਥੀ ਵੀ ਵਸ ਕੀਤੇ ਹੋਏ। ਇਹ ਸਾਰੇ ਸੁੱਖ ਮਨੁੱਖ ਭੋਗਦਾ ਧਰਤੀ ਦੇ 84 ਲੱਖ ਜੂਨੀ ਵਿੱਚੋਂ। ਸਾਰਿਆਂ ਤੋਂ ਵੱਧ ਸੁੱਖ ਜੇ ਕੋਈ ਭੋਗਦਾ ਹੈ, ਉਹ ਆਪਾਂ ਮਨੁੱਖ ਹੈ। ਤੋ ਜੇ ਇਸ ਪ੍ਰਭੂ ਪਰਮੇਸ਼ਰ ਦੀ ਦਇਆ ਸਦਕਾ ਤੂੰ ਇਸ ਧਰਤੀ ਤੇ ਸੁਖੀ ਵਸਦਾ ਹੈ। ਸੁਤ ਭਰਾਤ ਮੀਤ ਬਨਤਾ ਸੰਗ ਹੱਸਹਿ। ਫਿਰ ਪਰਮੇਸ਼ਰ ਨੇ ਵੇਖ ਤੈਨੂੰ ਪੁੱਤਰ ਦਿੱਤੇ ਆ, ਭਰਾ ਦਿੱਤੇ ਆ, ਮੀਤ ਮਿੱਤਰ ਦਿੱਤੇ ਆ, ਬਨਤਾ ਘਰ ਵਾਲੀ ਹੈ। ਇਹਨਾਂ ਸਾਰਿਆਂ ਦੇ ਸੰਗ ਵਸਦਾ ਹੈ ਤੂੰ। ਧੀਆਂ ਪੁੱਤਰਾਂ ਦੇ ਨਾਲ ਤੈਨੂੰ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਮਹਾਰਾਜ ਨੇ ਤੈਨੂੰ ਪਰਿਵਾਰ ਦਿੱਤਾ ਹੈ, ਘਰ ਦਿੱਤਾ ਹੈ, ਪੁੱਤਰ ਦਿੱਤਾ ਹੈ, ਘਰ ਵਿੱਚ ਭਰਾ ਦਿੱਤਾ ਹੈ, ਔਰ ਹੋਰ ਵਰਤਣ ਵਰਤਾਉਣ ਵਾਸਤੇ ਸਾਕ ਸੰਬੰਧੀ ਮਿੱਤਰ ਪਿਆਰੇ ਦਿੱਤੇ ਹੈ। ਨਾਲ ਹੀ ਮਹਾਰਾਜ ਨੇ ਪਤਨੀ, ਬੱਚੇ, ਘਰ ਸਭ ਕੁਝ ਦਿੱਤਾ। ਉਸ ਪ੍ਰਭੂ ਪਰਮੇਸ਼ਰ ਦੀ ਦਇਆ ਸਦਕਾ ਹੀ ਪਤੀ ਪਤਨੀ ਪੁੱਤਰ ਧੀਆਂ ਇਹਨਾਂ ਸਾਰਿਆਂ ਦੇ ਨਾਲ ਤੂੰ ਸੁਖੀ ਵਸਦਾ ਹੈ। ਜਿਹ ਪ੍ਰਸਾਦ ਪੀਵਹਿ ਸੀਤਲ ਜਲਾ। ਤੇ ਵੇਖ ਹੋਰ ਮਹਾਰਾਜ ਨੇ ਪਰਮੇਸ਼ਰ ਨੇ ਕਿੱਡੀ ਦਇਆ ਕੀਤੀ ਹੈ। ਸੀਤਲ ਠੰਡਾ ਜਲ ਪੀਣ ਵਾਸਤੇ ਪ੍ਰਾਣੀ ਉਸ ਪ੍ਰਭੂ ਪਰਮੇਸ਼ਰ ਨੇ ਸੰਸਾਰ ਤੇ ਤੇਰੇ ਜਿਉਂਦੇ ਰਹਿਣ ਵਾਸਤੇ ਪਹਿਲਾ ਪਾਣੀ ਜੀਉ ਹੈ। ਜਿਤ ਹਰਿਆ ਸਭ ਕੋਏ ਪਾਣੀ ਦਿੱਤਾ। ਸਾਡੇ ਜੀਵਾਂ ਦੇ ਵਰਤਣ ਵਾਸਤੇ ਪਰਮੇਸ਼ਰ ਨੇ ਠੰਡਾ ਪਾਣੀ ਸਾਨੂੰ ਪੀਣ ਵਾਸਤੇ ਦਿੱਤਾ। ਧਰਤੀ ਦੇ ਹੇਠ ਵੀ ਪਾਣੀ ਹੈ, ਵਿੱਚ ਧਰਤੀ ਹੈ, ਅਸਮਾਨ ਵਿੱਚ ਵੀ ਬੱਦਲ ਰੂਪ ਹੋ ਪਾਣੀ ਵਰਤਦਾ। ਤੋ ਛਕਣ ਛਕਾਉਣ ਵਾਸਤੇ, ਪਿਆਸ ਮਿਟਾਉਣ ਵਾਸਤੇ, ਜਿਉਂਦੇ ਰਹਿਣ ਵਾਸਤੇ ਪ੍ਰਭੂ ਪਰਮੇਸ਼ਰ ਨੇ ਧਰਤੀ ਉੱਪਰ ਹੇ ਜੀਵ ਤੇਰੇ ਵਾਸਤੇ ਜਲ ਦਾ ਵੀ ਪ੍ਰਬੰਧ ਕੀਤਾ ਹੈ। ਸੋਹਣਾ ਮਿੱਠਾ ਜਲ ਤੂੰ ਛਕਦਾ ਹੈ। ਸੁਖਦਾਈ ਪਵਨ ਪਾਵਕ ਅਮੁੱਲਾ। ਫਿਰ ਜਿਸ ਦਾ ਕੋਈ ਮੁੱਲ ਨਹੀਂ, ਅਮੁੱਲਾ, ਮੁੱਲ ਤੋਂ ਰਹਿਤ, ਸੁਖ ਦੇਣ ਵਾਲੀ ਪਵਨ ਹਵਾ ਹੈ। ਇੱਕ ਵਗ ਰਹੀ ਹੈ। ਇਸ ਤੋਂ ਇਲਾਵਾ ਹਵਾ 5 ਪ੍ਰਾਣ ਹੈ। ਉਪਾਨ, ਵਿਆਨ, ਸਮਾਨ, ਉਦਾਨ ਤੇ ਪ੍ਰਾਣ। 5 ਪ੍ਰਾਣ ਹੈ। ਆ ਬਾਹਰ ਪ੍ਰਤੱਖ ਹਵਾ ਹੈ। ਇੱਕ ਸਵਾਸ ਲੈਨੇ ਅਸੀਂ ਜਿਹੜੇ, ਇਹਦਾ ਕੋਈ ਮੁੱਲ ਹੈ? ਅਮੁੱਲ ਹਨ, ਸੁੱਖ ਦਿੰਦੇ ਆ। ਪਰਮੇਸ਼ਰ ਨੇ
ਬੇਸ਼ਕੀਮਤੀ ਸਵਾਸ ਹਵਾ ਸਾਨੂੰ ਮੁਫਤ ਦਿੱਤੀ ਹੋਈ ਹੈ। ਪਿੱਛੇ ਜਿਹੜਾ ਸਮਾਂ ਲੰਘ ਕੇ ਗਿਆ ਹੈ, ਹੁਣ ਵੀ ਕੁਝ ਚੱਲਦਾ ਹੈ। ਤੇ ਆਕਸੀਜਨ ਤੋਂ ਵੇਖੋ ਕਿੰਨੇ ਪ੍ਰਾਣੀ ਨਾ ਮਿਲਣ ਕਰਕੇ ਚੜ੍ਹਾਈ ਕਰਦੇ ਰਹੇ ਹੈ। ਆਕਸੀਜਨ ਦਾ ਲੈਵਲ ਆਦਿਕ ਡਾਊਨ ਹੋਣ ਕਾਰਨ ਸਵਾਸ ਮੁੱਲ ਮਿਲਦੇ ਰਹੇ ਆ। ਕਿੰਨੀ ਮਹਿੰਗੀ ਆਕਸੀਜਨ ਲੈਣੀ ਪੈਂਦੀ ਰਹੀ। ਫਿਰ ਪਤਾ ਲੱਗਦਾ ਵੀ ਇੰਨੀ ਮਾਇਆ ਖਰਚ ਕੇ ਵੀ ਸਵਾਸ ਜਿਹੜੇ ਅਸੀਂ ਆਕਸੀਜਨ ਰਾਹੀਂ ਲੈਂਦੇ ਹਾਂ, ਤੇ ਜਿਉਂ ਜੰਮੇ ਆ ਕਿੰਨੇ ਵਰੇ ਹੋ ਗਏ ਆ, ਪਰਮੇਸ਼ਰ ਨੇ ਕਦੇ ਦਾ ਮੁੱਲ ਹੀ ਨਹੀਂ ਮੰਗਿਆ, ਸਾਨੂੰ ਮੁਫਤ ਦਿੱਤੀ ਹੋਈ ਹੈ। ਤੋ ਮਹਾਰਾਜ ਕਹਿੰਦੇ ਆ ਕਿ ਐਸਾ ਹੈ ਪ੍ਰਭੂ ਪਰਮੇਸ਼ਰ, ਕਿੰਨੀ ਦਇਆ ਕਰਦਾ, ਸੁਖਦਾਈ ਪਵਨ ਪਾਵਕ ਅਮੁੱਲਾ। ਤੈਨੂੰ ਹਵਾ ਦਿੱਤੀ ਜਿਹਦਾ ਕੋਈ ਮੁੱਲ ਹੀ ਨਹੀਂ, ਆਕਸੀਜਨ ਸਵਾਸ ਰੂਪ ਤੈਨੂੰ ਦਿੱਤੀ ਹੈ ਜਿਹਦਾ ਕੋਈ ਮੁੱਲ ਨਹੀਂ। ਪ੍ਰਾਣੀ ਚੜ੍ਹਾਈ ਕਰ ਜਾਵੇ ਤੇ ਚਾਹੇ ਅਰਬਾਂ ਖਰਬਾਂ ਰੁਪਏ ਵੀ ਆਖੋ ਦੇ ਦਈਏ, ਇੱਕ ਸਵਾਸ ਵੀ ਕੋਈ ਮੁੱਲ ਲੈ ਲਵੇ ਨਹੀਂ ਲੈ ਹੁੰਦਾ। ਤੇ ਬਚਪਨ ਤੋਂ ਲੈ ਕੇ ਹੁਣ ਤੀਕਰ ਪਰਮੇਸ਼ਰ ਨੇ ਕਿੰਨੇ ਹੀ ਸਵਾਸ ਦਿੱਤੇ ਆ ਸਾਨੂੰ, ਤੇ ਲਿਆ ਕੁਝ ਵੀ ਨਹੀਂ। ਤੋ ਪਾਵਕ ਮਾਰੇ ਕਹਿੰਦੇ ਫਿਰ ਇੱਕ ਅੱਗ ਦਿੱਤੀ ਹੈ, ਭੈ ਵਿੱਚ ਅਗਨ ਕੱਢੈ ਵੀਗਾਰ। ਪਰਮੇਸ਼ਰ ਦੇ ਪਾਣੇ ਵਿੱਚ ਅੱਗ ਸਾਡੀ ਵੰਗਾਰ ਕੱਢਦੀ ਹੈ, ਸਾਨੂੰ ਪ੍ਰਸ਼ਾਦਾ ਪਕਾ ਦਿੰਦੀ ਹੈ। ਕਿੰਨੇ ਕੰਮ ਜਿਹੜੇ ਆ ਉਹ ਅੱਗ ਕਰ ਰਹੀ ਹੈ ਸਾਡੇ ਮਨੁੱਖਾਂ ਦੇ। ਦਿੱਤੀ ਕਿੰਨੇ ਅੱਗ? ਅਗਨੀ ਪਰਮੇਸ਼ਰ ਨੇ ਦਿੱਤੀ ਹੈ। ਸਾਡੇ ਸੁੱਖ ਵਾਸਤੇ 5 ਤੱਤ ਬਣਾਏ, ਮਿੱਟੀ ਹੈ, ਆਕਾਸ਼ ਹੈ, ਫਿਰ ਅੱਗ ਹੈ, ਪਾਣੀ ਹਵਾ ਹੈ। 5 ਤੱਤ ਪਰਮੇਸ਼ਰ ਨੇ ਸਾਡੇ ਸੁੱਖ ਵਾਸਤੇ ਬਣਾਏ ਹੋਏ, ਜਿਨ੍ਹਾਂ ਦਾ ਅਮੁੱਲਾ ਕੋਈ ਮੁੱਲ ਨਹੀਂ ਹੈ। ਨਾ ਤਾਂ ਅੱਗ ਦਾ ਕੋਈ ਮੁੱਲ ਹੈ ਤੇ ਨਾ ਹੀ ਪਰਮੇਸ਼ਰ ਦੀ ਦਿੱਤੀ ਦਾਤ ਸਵਾਸਾਂ ਦਾ, ਹਵਾ ਦਾ ਕੋਈ ਮੁੱਲ ਹੈ। ਜਿਹ ਪ੍ਰਸਾਦ ਭੋਗਹਿ ਸਭ ਰਸਾ। ਫਿਰ ਵੇਖ ਪ੍ਰਾਣੀ ਜਿਹੜੇ ਪ੍ਰਭੂ ਦੀ ਪ੍ਰਸਾਦ ਕਹੀਏ ਕਿਰਪਾ ਸਦਕਾ ਤੂੰ ਸਾਰੇ ਰਸ ਭੋਗਦਾ, ਤੈਨੂੰ ਰਸਨਾ ਦਿੱਤੀ ਹੈ। ਜੀਵ ਤੋਂ ਬਿਨਾਂ ਸਵਾਦ ਨਹੀਂ ਨਾ ਪਤਾ ਲੱਗਦਾ ਵੀ ਕਿਸ ਵਸਤੂ ਦਾ ਸਵਾਦ ਕੈਸਾ ਹੈ। ਤੇ ਉਹ ਪ੍ਰਭੂ ਪਰਮੇਸ਼ਰ ਨੇ ਇੱਕ ਤਾਂ ਸਾਨੂੰ ਰਸ ਦਿੱਤੇ ਹੈ, ਨਾਨਾ ਤਰ੍ਹਾਂ ਦੇ ਰਸ ਹੈ ਜਿਹੜੇ ਆਪਾਂ ਅੱਖਾਂ ਦੇ ਨਾਲ ਕੁਝ ਵੇਖਦੇ ਹਾਂ ਤੇ ਕਹਿੰਦੇ ਬਹੁਤ ਆਨੰਦ ਆਇਆ, ਫਲਾਣੀ ਵਸਤੂ ਵੇਖੀ ਬਹੁਤ ਸੁੰਦਰ ਹੈ, ਬਹੁਤ ਆਨੰਦ ਆਇਆ। ਇਹ ਨੇਤਰਾਂ ਦਾ ਹੀ ਕੋਈ ਰਸ ਹੈ ਨਾ, ਵਿਸ਼ਾ। ਤੇ ਉਹ ਦਿੱਤਾ ਕਿਹਨੇ ਹੈ? ਨੇਤਰ ਪਰਮੇਸ਼ਰ ਨੇ। ਰਸਨਾ ਨਾਲ ਅਸੀਂ ਕੋਈ ਸੋਹਣਾ ਭੋਜਨ ਛਕ ਲਈਏ, ਆਖਦੇ ਹਾਂ ਮੈਨੂੰ ਬਹੁਤ ਆਨੰਦ ਪ੍ਰਾਪਤ ਹੋਇਆ। ਉਹ ਆਨੰਦ ਦੇਣ ਵਾਲਾ ਤੈਨੂੰ ਤੇਰੀ ਮਾਇਆ ਨਹੀਂ, ਪਰਮੇਸ਼ਰ ਹੈ। ਕਿਉਂਕਿ ਪਰਮੇਸ਼ਰ ਨੇ ਤੈਨੂੰ ਰਸਨਾ ਦਿੱਤੀ ਹੈ। ਜਿਸ ਰਸਨਾ ਦੇ ਨਾਲ ਭੋਗਾ ਹੈ ਸਭ ਰਸਾ, ਸਾਰੇ ਤਰ੍ਹਾਂ ਦੇ ਰਸ ਤੂੰ ਭੋਗ ਰਹਿਆ, ਆਨੰਦ ਮਾਣਦਾ ਹੈ, ਖੁਸ਼ ਹੁੰਦਾ ਹੈ। ਸਗਲ ਸਮਗਰੀ ਸੰਗ ਸਾਥ ਬਸਾ। ਪਰ ਗੱਲ ਕੀ, ਸਾਰੀ ਸਮਗਰੀ ਦੇ ਨਾਲ ਤੂੰ ਵਸਦਾ, ਸੰਸਾਰ ਤੇ ਤੂੰ ਸਾਰੀ ਸਮਗਰੀ ਸਮੇਤ ਵਾਸਾ ਰੱਖਦਾ। ਧਰਤੀ ਤੇ ਸਾਡੇ ਕੋਲ ਕੀ ਨਹੀਂ, ਸਵਾਸ ਲੈਣ ਨੂੰ ਹੈ, ਵੇਖਣ ਨੂੰ ਨਿਗਾਹ ਹੈ, ਸੁਣਨ ਨੂੰ ਕੰਨ ਹੈ, ਬੋਲਣ ਨੂੰ ਜੀਭ ਹੈ, ਸਪਰਸ਼ਤਾ ਮਹਿਸੂਸਤਾ ਨੂੰ ਚਮੜੀ ਹੈ, ਤੁਰਨ ਨੂੰ ਪੈਰ ਹੈ, ਵਸਤੂ ਫੜਨ ਵਾਸਤੇ ਹੱਥ ਹੈ। ਕੀ ਨਹੀਂ ਸੰਸਾਰ ਤੇ ਸਭ ਸਮਗਰੀ, ਇੰਦਰੇ, ਸਰੀਰ, ਪ੍ਰਾਣ ਇਤਿਆਦਿਕ, ਮਾਇਆ, ਘਰ ਪਰਿਵਾਰ, ਬੱਚੇ, ਬੀਵੀ। ਸੱਚੇ ਪਾਤਸ਼ਾਹ ਜੀ ਉਸ ਅਕਾਲ ਪੁਰਖ ਨੇ ਤੈਨੂੰ ਸਾਰਾ ਕੁਝ ਦਿੱਤਾ ਹੈ, ਸਾਰੀ ਸਮਗਰੀ ਸਮੇਤ ਤੂੰ ਸੁੱਖ ਨਾਲ ਵਸ ਰਹਿਆ ਧਰਤੀ ਉੱਪਰ। ਦੀਨੇ ਹਸਤ ਪਾਵ ਕਰਨ ਨੇਤਰ ਰਸਨਾ। ਫਿਰ ਪ੍ਰਭੂ ਨੇ ਹੋਰ ਤੈਨੂੰ ਕੀ ਦਿੱਤਾ? ਦੀਨੇ ਹਸਤ, ਹੱਥ ਦਿੱਤੇ ਆ, ਪਾਵ ਪੈਰ ਦਿੱਤੇ ਆ ਚੱਲਣ ਵਾਸਤੇ, ਕਰਨ
ਕੰਨਾਂ ਨੂੰ ਆਖਦੇ ਆ। ਸੁਣਨ ਵਾਸਤੇ ਕੰਨ ਦਿੱਤੇ ਹੈ, ਵੇਖਣ ਵਾਸਤੇ ਨੇਤਰ ਦਿੱਤੇ ਹੈ, ਤੇ ਸਵਾਦ ਚਖਣ ਵਾਸਤੇ ਰਸਨਾ ਦਿੱਤੀ, ਬੋਲਣ ਵਾਸਤੇ। ਕਿੰਨੇ ਮਹਾਰਾਜ ਦੇ ਦਿੱਤੇ ਹੋਏ ਹਨ ਸਾਰੇ ਹੱਥ, ਪੈਰ, ਕੰਨ, ਅੱਖਾਂ ਤੇ ਜੇਵਾ ਤੈਨੂੰ ਦਿੱਤੀ ਹੋਈ ਹੈ। ਤਿਸ ਹੈ ਤਿਆਗ ਅਵਰ ਸੰਗ ਰਚਨਾ। ਪਰ ਇਹ ਪ੍ਰਾਣੀ ਐਡਾ ਮੂਰਖ ਹੈ, ਜਿਹਨੇ ਸਾਰਾ ਕੁਝ ਦਿੱਤਾ ਹੈ ਉਹਨੂੰ ਛੱਡ ਕੇ ਤੇ ਅਵਰ ਸੰਗ ਰਚਨਾ, ਹੋਰ ਪਾਸੇ ਲੱਗਾ ਹੋਇਆ। ਆਖੋ ਨਾਮ ਜਪੋ, ਜੇ ਆਖੋ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਚਾਹੀਦਾ। ਅੰਮ੍ਰਿਤ ਵੇਲੇ ਗੁਰੂ ਘਰ ਆਉਣਾ, ਮੱਥਾ ਟੇਕਣਾ, ਸੰਗਤ ਦੀ ਸੇਵਾ ਕਰਨੀ, ਹੋਰ ਗੁਰੂ ਘਰ ਝਾੜੂ ਲਾਉਣਾ, ਪੋਚਾ ਲਾਉਣਾ, ਇਹੋ ਜਿਹਾ ਕੁਝ ਆਖੀਏ ਸਾਡੇ ਕੋਲ ਸਮਾਂ ਹੀ ਨਹੀਂ। ਤੇ ਜਦੋਂ ਬਜ਼ੁਰਗ ਹੋ ਜਾਂਦੇ ਆ ਫਿਰ ਕਹਿੰਦੇ ਜੀ ਗੁਰੂ ਘਰ ਆਉਣ ਨੂੰ ਮਨ ਤਾਂ ਬੜਾ ਕਰਦਾ, ਕੀ ਕਰੀਏ ਬੈਠਾ ਨਹੀਂ ਜਾਂਦਾ। ਤੇ ਜਦੋਂ ਬਹਿੰਦਾ ਜਾਂਦਾ ਸੀ, ਬਹਿਣਾ ਆਉਂਦਾ ਸੀ, ਉਦੋਂ ਬੈਠਾ ਨਹੀਂ। ਤੇ ਜਦੋਂ ਹੁਣ ਸਰੀਰ ਰਹਿ ਗਿਆ, ਹੁਣ ਕਹਿੰਦਾ ਜੀ ਜੇ ਕਿਤੇ ਪਰਮੇਸ਼ਰ ਮੇਰਾ ਗੋਡੇ ਲੱਤਾਂ ਠੀਕ ਕਰ ਦੇਣ ਤੇ ਮੈਂ ਰੋਜ਼ ਗੁਰੂ ਘਰ ਜਾਵਾਂ। ਮੇਰਾ ਵੀ ਜੀ ਕਰਦਾ ਹੈ ਵੀ ਮੈਂ ਗੁਰੂ ਘਰੇ ਬਾਟੇ ਮਾਂਜਾਂ, ਗੁਰੂ ਘਰੇ ਸੇਵਾ ਕਰਾਂ, ਪਰ ਆਖੇ ਕੀ ਕਰੀਏ ਜੀ, ਸਰੀਰ ਸਾਥ ਨਹੀਂ ਦਿੰਦਾ। ਤੇ ਜਦੋਂ ਦਿੰਦਾ ਸੀ ਸਰੀਰ ਸਾਥ, ਉਦੋਂ ਸਾਨੂੰ ਵਿਸ਼ੇ ਭੋਗਣ ਤੋਂ ਵਿਹਲ ਨਹੀਂ ਮਿਲੀ। ਤੋ ਐਸਾ ਇਹ ਪ੍ਰਾਣੀ ਦੀ ਬਿਰਤੀ ਹੈ, ਉਹ ਦੇਈ ਜਾਂਦਾ ਹੈ, ਇਹ ਲੈ ਲੈ ਕੇ ਮੁੱਕਰੀ ਜਾਂਦਾ ਹੈ। ਤੇ ਸਹਿ ਵਿਸਾਰ ਦਾਤ ਪਿਆਰੀ, ਵਿਸਰਿਆ ਦਾਤਾਰ। ਦਾਤਾਂ ਪਿਆਰੀਆਂ ਨੇ, ਪਰ ਜਿਹਨੇ ਦਿੱਤੀਆਂ ਉਹਦੇ ਬਾਰੇ ਕੋਈ ਇਹਦੇ ਮਨ ਵਿੱਚ ਪ੍ਰੇਮ ਨਹੀਂ। ਜਿਹੜਾ ਦਿੰਦਾ ਹੈ ਉਹ ਯਾਦ ਨਹੀਂ, ਜਿਹੜੀ ਵਸਤੂ ਦਿੱਤੀ ਹੈ ਉਹਦੇ ਨਾਲ ਮੋਹ ਪਾਈ ਜਾਂਦਾ ਹੈ। ਤੋ ਐਸਾ ਪ੍ਰਾਣੀ ਦੀ ਬਿਰਤੀ ਮੂਰਖ ਹੈ। ਮਾਰੇ ਕਹਿੰਦੇ ਤੇ ਸਹਿ ਤਿਆਗ ਅਵਰ ਸੰਗ ਰਚਨਾ, ਪ੍ਰਭੂ ਨੂੰ ਛੱਡ ਕੇ ਤੇ ਹੋਰ ਹੀ ਪਾਸਿਆਂ, ਸੰਸਾਰ ਵਾਲੇ ਪਾਸੇ ਦੁਤੀ ਭਾਵ ਵਿੱਚ, ਦੁਬਦਾ ਵਿੱਚ ਰਚਨਾ ਰਚਿਆ ਹੋਇਆ ਹੈ। ਐਸੇ ਦੋਖ ਮੂੜ ਅੰਧ ਵਿਆਪੇ। ਤੋ ਮਹਾਰਾਜ ਕਹਿੰਦੇ ਇਹ ਦੁਤੀ ਭਾਵ ਹੋਰ ਪਾਸੇ ਬਿਰਤੀ ਚਲੇ ਜਾਣੀ, ਜਿਹੜਾ ਇਹ ਪੂਰਬੁਕਤ ਦੋਸ਼ ਹੈ ਜਿਹੜਾ ਮਹਾਰਾਜ ਦੱਸਿਆ ਹੈ ਵੀ ਬਿਰਤੀ ਹੋਰ ਪਾਸੇ ਜਾਣੀ, ਪਰਮੇਸ਼ਰ ਦਾ ਸ਼ੁਕਰਾਨਾ ਨਾ ਕਰਨਾ। ਤੋ ਇਹ ਬਿਰਤੀ ਜਿਹੜੀ ਹੈ ਇਹ ਦੋਸ਼ ਹੈ। ਪਰਮੇਸ਼ਰ ਨੂੰ ਛੱਡ ਦੇਣਾ ਜਿਹਨੇ ਦਿੱਤਾ ਹੈ ਤੇ ਦਾਤ ਪਿਆਰੀ ਹੋ ਜਾਣੀ। ਇਹੋ ਜਿਹੇ ਦੋਸ਼ਾਂ ਦੇ ਨਾਲ ਜਿਹੜੇ ਮੂੜ ਮੂਰਖ ਹੈ ਨਾ, ਇਹ ਪ੍ਰਾਣੀ ਅਕਲ ਦੇ ਅੰਨੇ, ਗਿਆਨ ਤੋਂ ਅੰਨੇ ਹੈ, ਗਿਆਨ ਰੂਪੀ ਨੇਤਰ ਨਹੀਂ, ਇਹ ਵਿਆਪ ਰਹੇ। ਇਹੋ ਜਿਹੇ ਦੋਖ ਜਿਹੜੇ ਮੂੜ ਅੰਨੇ, ਇਸ ਅਗਿਆਨ ਤੋਂ ਅੰਨੇ ਜੀਵ ਨੂੰ ਵਿਆਪ ਰਹੇ ਹਨ, ਪੋ ਰਹੇ ਹਨ। ਨਾਨਕ ਕਾਢ ਲੇਹੋ ਪ੍ਰਭ ਆਪੇ। ਸੱਚੇ ਪਾਤਸ਼ਾਹ ਜੀ ਆਪ ਹੀ ਤੁਸੀਂ ਮਿਹਰ ਕਰੋ। ਪ੍ਰਾਣੀ ਅਲਪਾਗ ਹੈ, ਤੁਸੀਂ ਸਰਬੱਗ ਹੋ, ਜਿਸ ਕਰਕੇ ਕਿਰਪਾ ਕਰੋ ਇਹਨਾਂ ਨੂੰ ਅਗਿਆਨ ਅਵਸਥਾ ਵਿੱਚੋਂ ਮਿਹਰਬਾਨੀ ਕਰਕੇ, ਮਿਹਰ ਕਰਕੇ ਕਾਢ ਲਿਓ ਪ੍ਰਭ ਆਪੇ। ਪ੍ਰਭੂ ਜੀ ਆਪ ਹੀ ਕੱਢ ਲਓ, ਇਹ ਜੀਵਾਂ ਦੀ ਕਲਿਆਣ ਕਰੋ। ਇਸ ਤਰ੍ਹਾਂ ਸਤਿਗੁਰੂ ਬੇਨਤੀ ਕਰ ਰਹੇ ਆ। ਆਦ ਅੰਤ ਜੋ ਰਾਖਨਹਾਰ। ਸੱਚੇ ਪਾਤਸ਼ਾਹ ਜੀ ਹੋਰ ਮਿਹਰ ਕਰਦੇ ਆ। ਵੇਖ ਪ੍ਰਾਣੀ ਜਿਹੜਾ ਤੈਨੂੰ ਆਦ ਅੰਤ, ਆਦ ਪਹਿਲਾਂ ਤੇ ਅੰਤ ਚੜ੍ਹਾਈ ਕਰ ਜਾਣ ਤੋਂ ਭਾਵ ਜਦੋਂ ਸਰੀਰ ਨਹੀਂ ਰਹੇਗਾ ਉਦੋਂ ਰਾਖਣਹਾਰ, ਤੈਨੂੰ ਰੱਖਣ ਵਾਲਾ ਹੈ ਜਿਹੜਾ। ਆਦ ਕਈ ਜਦੋਂ ਮੁੱਢ ਸੀ, ਭਾਵ ਜਦੋਂ ਪੈਦਾ ਹੋਇਆ ਮਾਤਾ ਦੇ ਉਦਰ ਅੰਦਰ ਵੀ ਤੇਰੀ ਰੱਖਿਆ ਕੀਤੀ ਉਸ ਪਰਮੇਸ਼ਰ ਨੇ। ਫਿਰ ਜਦੋਂ ਜੰਮ ਪਿਆ, ਜਿੰਨੀ ਉਮਰ ਭੋਗੀ ਉਹਦੇ ਵਿੱਚ ਤੈਨੂੰ ਮਹਾਰਾਜ ਨੇ ਹੱਥ ਪੈਰ ਦਿੱਤੇ ਆ, ਖਾਣਾ ਪਾਣੀ ਦਿੱਤਾ ਹੈ, ਭੋਜਨ ਪਦਾਰਥ ਤੈਨੂੰ ਦਿੱਤੇ ਆ, ਸਾਰਾ ਕੁਝ ਦਿੱਤਾ ਨਾ। ਤੇ ਜਦੋਂ ਤੂੰ ਚੜ੍ਹਾਈ ਕਰੇਗਾ, ਜੇ ਉਹਦਾ ਨਾਮ ਜਪਿਆ, ਉਹ ਅੰਤਲੇ ਸਮੇਂ ਵੀ ਉਹ ਪਰਮੇਸ਼ਰ ਤੈਨੂੰ ਰੱਖਣ ਵਾਲਾ ਹੋਵੇਗਾ।
ਤਿਸ ਸਿਆ ਪ੍ਰੀਤ ਨਾ ਕਰੈ ਗਵਾਰ। ਗਵਾਰ ਮੂਰਖ ਅਗਿਆਨੀ ਤਿਸ ਸੋ ਪ੍ਰੀਤ ਨਾ ਕਰੈ, ਉਹ ਪ੍ਰਭੂ ਨਾਲ ਪ੍ਰੇਮ ਹੀ ਨਹੀਂ ਕਰਦਾ। ਮਨ ਨੂੰ ਆਖੋ ਨਾਮ ਜਪੀਏ, ਮਨ ਮੰਨਦਾ ਨਹੀਂ। ਜੇ ਆਖੋ ਵੀ 3 ਘੰਟੇ ਦੀ ਫਿਲਮ ਵੇਖ ਲਓ, ਫਿਰ ਥੱਕਦਾ ਨਹੀਂ। ਤੇ ਨਾਮ ਜਪੋ, ਸੇਵਾ ਕਰੋ, ਇੱਥੋਂ ਅੱਕਿਆ ਫਿਰਦਾ ਆਕੀ ਹੋ ਜਾਂਦਾ। ਤੋ ਨਾਮ ਜਪਣ ਨੂੰ ਇਹ ਮਨ ਨਹੀਂ ਜਿਹੜਾ ਵਾ ਦੌੜਦਾ, ਉਦਮ ਕਰਦਾ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ। ਮਨ ਨੂੰ ਹੋਰ ਸਾਰੇ ਕੰਮ ਆਉਂਦੇ ਆ, ਇਕੱਲਾ ਨਾਮ ਜਪਣਾ ਨਹੀਂ ਆਉਂਦਾ। ਬਾਕੀ ਇਹਦੇ ਤੋਂ ਜੋ ਮਰਜ਼ੀ ਕਰਾ ਲਓ, ਸਾਰਾ ਕੁਝ ਕਰ ਦਿੰਦਾ, ਪਰ ਨਾਮ ਜਪਣਾ ਇਹਨੂੰ ਨਹੀਂ ਆਉਂਦਾ। ਤੋ ਇਹੋ ਜਿਹੀ ਇਹਦੀ ਹਾਲਤ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਆ। ਗਰੀਬ ਨਵਾਜ ਵੀ ਤੈਨੂੰ ਆਦਿ ਅੰਤ ਤੋਂ ਰੱਖਣ ਵਾਲਾ ਤੇ ਮੂਰਖ ਉਹਦੇ ਨਾਲ ਤੂੰ ਪ੍ਰੇਮ ਨਹੀਂ ਕਰਦਾ ਹੈ, ਉਹਦੇ ਨਾਲ ਕੋਈ ਤੇਰਾ ਪ੍ਰੇਮ ਮੋਹ ਨਹੀਂ ਹੈ। ਜਾ ਕੀ ਸੇਵਾ ਨਵ ਨਿਧ ਪਾਵੈ। ਫਿਰ ਜਿਹੜੇ ਪਰਮੇਸ਼ਰ ਦੀ ਸੇਵਾ ਕਰਨ ਦੇ ਨਾਲ 9 ਨਿਧੀਆਂ ਪ੍ਰਾਪਤ ਹੁੰਦੀਆਂ ਹਨ। ਉਹਦੀ ਸੇਵਾ, ਉਹਦੀ ਬਾਣੀ, ਪਰਮੇਸ਼ਰ ਦਾ ਨਾਮ ਜਪ ਕੇ ਤਾਂ ਵੇਖ, ਤੈਨੂੰ 9 ਨਿਧੀਆਂ ਪ੍ਰਾਪਤ ਹੋਣਗੀਆਂ। 9 ਨਿਧੀਆਂ ਖਾਲਸਾ ਜੀ ਪੁਰਾਤਨ ਗ੍ਰੰਥਾਂ ਨੇ ਮੰਨੀਆਂ, ਵੇਦਾਂ ਸ਼ਾਸਤਰਾਂ ਨੇ ਮੰਨੀਆਂ। ਹਰੇਕ ਪਾਸੇ 9 ਨਿਧੀਆਂ ਧਾਰਮਿਕ ਗ੍ਰੰਥਾਂ ਅੰਦਰ ਮੰਨੀਆਂ ਜਾਂਦੀਆਂ। 18 ਸਿੱਧੀਆਂ 9 ਨਿਧੀਆਂ। 9 ਨਿਧੀਆਂ ਜਿਹਦੇ ਵਿੱਚ ਖਾਲਸਾ ਜੀ ਪਦਮ ਹੈ, ਸੋਨਾ ਚਾਂਦੀ ਕੋਲ ਹੋਣਾ, ਇਹ ਪਦਮ ਨਿਧੀ ਹੈ। ਇੱਕ ਮਹਾਪਦਮ ਹੈ, ਹੀਰੇ ਜਵਾਹਰਾਤ ਬਹੁਤ ਪਾਸ ਰਹਿਣੇ, ਇਹਨੂੰ ਮਹਾਪਦਮ ਕਹਿੰਦੇ ਆ। ਇੱਕ ਮਕਰ ਹੈ, ਸ਼ਾਸਤਰ ਵਿਦਿਆ ਹੋਣੀ, ਸੰਸਾਰ ਵਿੱਚ ਬੜਾ ਆਦਰ ਸਤਿਕਾਰ ਹੋਣਾ, ਇਹ ਮਕਰ ਸਿੱਧੀ ਕਹਿਲਾਉਂਦੀ ਹੈ। ਫਿਰ ਇੱਕ ਕੱਛਪ ਹੈ, ਕੱਪੜੇ ਦੀ ਸੁਦਾਗਰੀ ਹੋਣੀ, ਬਹੁਤ ਖੀਣ ਖਾਬ ਵਰਗੇ, ਰੇਸ਼ਮ ਵਰਗੇ ਮਹਿੰਗੇ ਵਸਤਰਾਂ ਦੀ ਪ੍ਰਾਪਤੀ, ਜਾਂ ਇਹਦਾ ਵਪਾਰ ਹੋਣਾ ਬੜਾ ਤਗੜਾ। ਇੱਕ ਕੱਛਪ ਨਾਮ ਦੀ ਨਿਧੀ ਵੱਜਦੀ ਹੈ। ਫਿਰ ਇੱਕ ਮੁਕੰਦ ਹੈ। ਇਸੇ ਤਰ੍ਹਾਂ ਖਾਲਸਾ ਜੀ ਇੱਕ ਕੁੰਦ ਹੈ, ਇੱਕ ਨੀਲ ਹੈ, ਇੱਕ ਵਰਚ ਹੈ, ਹਾਥੀ ਘੋੜੇ ਹੋਣੇ। ਨੀਲ ਜਿਹਦੇ ਵਿੱਚ ਇੱਕ ਮੂੰਗਾ ਹੁੰਦਾ, ਮੂੰਗੇ ਦੀ ਲੱਕੜ ਇਹ ਸਮੁੰਦਰ 'ਚ ਪੈਦਾ ਹੁੰਦੀ। ਮੂੰਗੇ ਹੀਰੇ ਆਦਿ ਕਪਾਸ ਹੋਣੇ, ਦਾ ਸੌਦਾਗਰੀ ਕਰਨੀ, ਬਹੁਤ ਬੇਸ਼ਕੀਮਤੀ ਲਾਲ ਸੂਹੀ ਲੱਕੜ ਹੁੰਦੀ ਮੂੰਗੇ ਦੀ, ਜਿਹਦੇ ਵਿੱਚ ਹੀਰੇ ਮੋਤੀ ਰੱਖੇ ਜਾਂਦੇ। ਨੀਲ ਹੈ। ਤੋ ਇਸ ਤੋਂ ਇਲਾਵਾ ਇੱਕ ਨੀਲ ਹੈ, ਮੁਕੰਦ ਹੈ, ਕੁੰਦ ਹੈ, ਵਰਚ ਹੈ, ਇੱਕ ਸੰਖ ਹੈ, 9ਵੀਂ ਨਿਧੀ। ਸੋਹਣਾ ਕੱਪੜਾ ਪਹਿਨਣ ਦਾ ਸੁਭਾਗ ਪ੍ਰਾਪਤ ਹੋਣਾ ਤੇ ਚੰਗੇ ਚੰਗੇ ਖਾਣੇ ਖਾਣ ਨੂੰ ਮਿਲੀ ਜਾਣੇ। ਇਹ 9 ਨਿਧੀਆਂ ਮੰਨੀਆਂ ਗਈਆਂ ਹਨ। ਤੋ ਜਾ ਕੀ ਸੇਵਾ ਨਵਨਿਧ ਪਾਈ ਹੈ। ਜੇ ਇਸ ਪ੍ਰਭੂ ਪਰਮੇਸ਼ਰ ਦੀ ਸੇਵਾ ਤੋਂ ਹੇ ਮੇਰਿਆ ਮਨਾ ਨਵਨਿਧ ਪਾਵੈ। 9 ਨਿਧੀਆਂ ਜਿਹੜੀਆਂ ਹਨ, ਇਹ ਜਿਹੜੀਆਂ ਸੋਹਣੇ ਕੱਪੜੇ, ਹੀਰੇ ਜਵਾਹਰਾਤ, ਸੋਨਾ ਚਾਂਦੀ, ਇਹ 9 ਨਿਧੀਆਂ ਦੀ ਪ੍ਰਾਪਤੀ ਹੁੰਦੀ ਹੈ। ਤਾਸਿਆ ਮੂੜਾ ਮਨ ਨਹੀਂ ਲਾਵੈ। ਤੇ ਇਹ ਮੂਰਖ ਮਨ ਹੀ ਨਹੀਂ ਲਾਉਂਦਾ। ਜਿਹੜੇ ਨਾਮ ਤੋਂ 9 ਨਿਧੀਆਂ ਪ੍ਰਾਪਤ ਹੋਣੀਆਂ, ਉਹਦੇ ਨਾਲ ਇਹ ਮੂਰਖ ਮਨ ਜਿਹੜਾ ਇਹ ਮੂਰਖ ਪ੍ਰਾਣੀ ਉਹ ਮਨ ਹੀ ਨਹੀਂ ਲਾਉਂਦਾ, ਨਾਮ ਜਪਦਾ ਹੀ ਨਹੀਂ ਹੈ। ਤੋ ਇਹੋ ਜਿਹੀ ਤਾਂ ਮਹਾਰਾਜ ਨੇ ਇਹਨੂੰ ਮੂਰਖ ਆਖਿਆ। ਮੂਰਖ ਉਹ ਹੁੰਦਾ ਜਿਹੜਾ ਖਾਲਸਾ ਜੀ ਕਰਨ ਯੋਗ ਕੰਮ ਨਾ ਕਰੇ ਤੇ ਨਾ ਕਰਨ ਯੋਗ ਕੰਮ ਕਰੇ, ਵਿਦ ਨਾ ਕਰੇ, ਨਖੇਦ ਕਰੇ। ਉਹਨੂੰ ਜਿਹੜੇ ਕੰਮ ਤੋਂ ਰੋਕੋ ਵਾਰ-ਵਾਰ ਉਧਰ ਜਾਵੇਗਾ। ਮੂਰਖ ਦੀ ਇਹ ਨਿਸ਼ਾਨੀ ਹੈ। ਤੇ ਆਪਾਂ ਮੂਰਖ ਹਾਂ। ਮਹਾਰਾਜ ਨੇ ਰੋਕਿਆ ਸਾਨੂੰ ਵਿਸ਼ੇ ਭੋਗਣ ਤੋਂ, ਵਿਸ਼ੇ ਵਾਲੀ ਬੁੱਧੀ ਰੱਖਣ ਤੋਂ। ਸਤਿਗੁਰਾਂ ਸਾਨੂੰ ਸੰਗਤ ਕਰਨ ਨੂੰ ਆਖਿਆ, ਅਸੀਂ ਸੰਗਤ ਨਹੀਂ ਕਰਦੇ। ਵਿਸ਼ੇ ਕਰਨ ਤੋਂ ਰੋਕਿਆ, ਪਰ ਅਸੀਂ ਵਿਸ਼ੇ ਭੋਗਦੇ ਹਾਂ।
ਨਸ਼ਾ ਕਰਨੋਂ ਪਰਮੇਸ਼ਰ ਗੁਰੂ ਨਾਨਕ ਪਾਤਸ਼ਾਹ ਜੀ ਰੋਕਦੇ ਆ। ਅੰਬਰਲ ਪਵੈ ਵਿੱਚ ਆਏ, ਦਿਤ ਪੀਤੈ ਮਤ ਦੂਰ ਹੋਏ। ਤੋ ਇਹ ਸ਼ਰਾਬ ਕਬਾਬ ਖਾਣ ਤੋਂ ਮਹਾਰਾਜ ਰੋਕਦੇ ਆ, ਨਸ਼ੇ ਪੀਣ ਖਾਣ ਤੋਂ ਨਖੇਧ ਹੈ, ਪਰ ਅਸੀਂ ਕਰਦੇ ਹਾਂ ਜਾਣ ਬੁੱਝ ਕੇ। ਸਤਿਗੁਰਾਂ ਨੇ ਆਖਿਆ, ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੈ ਆਪ ਗਵਾਏ। ਅਸੀਂ ਸੇਵਾ ਕਰਦੇ ਨਹੀਂ। ਜੇ ਸੇਵਾ ਕਰਦੇ ਹਾਂ ਤੇ ਅਸੀਂ ਛਾਤੀ ਥਾਪੜ ਕੇ ਕਹਿੰਦੇ ਅਸੀਂ ਸੇਵਾ ਕੀਤੀ, ਫਿਰ ਹੰਕਾਰੀ ਹੋ ਜਾਂਦੇ ਹਾਂ। ਤੋ ਇਹ ਮੂਰਖ ਦੇ ਲੱਛਣ ਹੈ। ਮਹਾਰਾਜ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਨਾਲ, ਜਿਹੜੇ ਪਰਮੇਸ਼ਰ ਦੇ ਨਾਮ ਦੀ ਸੇਵਨ ਤੋਂ ਜਪਣ ਤੋਂ ਨੌ ਨਿਧੀਆਂ ਪ੍ਰਾਪਤ ਹੁੰਦੀਆਂ, ਤੇ ਇਹ ਮੂਰਖ ਪ੍ਰਾਣੀ ਉਸ ਪਰਮੇਸ਼ਰ ਦੇ ਨਾਲ ਮਨ ਨਹੀਂ ਲਾਉਂਦਾ ਹੈ, ਉਹਨੂੰ ਮਨ ਵਿੱਚ ਵਸਾਉਂਦਾ ਨਹੀਂ। ਜੋ ਠਾਕੁਰ ਸਦ ਸਦਾ ਹਜੂਰੇ। ਵੇਖ ਭਾਈ, ਜਿਹੜਾ ਪ੍ਰਭੂ ਪਰਮੇਸ਼ਰ ਠਾਕੁਰ ਕਹੀਏ, ਜਿਹਨੇ ਸਾਰੀ ਧਰਤੀ ਨੂੰ ਠਾਕ ਕੇ ਰੱਖਿਆ ਹੋਇਆ, ਸਾਰੀ ਕਲਾ ਬੰਨ ਕੇ ਰੱਖੀ ਹੋਈ ਹੈ, ਤੇ ਜਿਹੜਾ ਠਾਕੁਰ ਪ੍ਰਭੂ ਪਰਮੇਸ਼ਰ ਸਦਾ ਹਜੂਰੇ ਨਾਲ ਰਹਿੰਦਾ ਤੇਰੇ। ਜੋ ਠਾਕੁਰ ਸਦ ਸਦਾ ਹਜੂਰੇ, ਹਜੂਰ ਸਾਹਮਣੇ ਰਹਿੰਦਾ, ਜਾਂ ਹਜੂਰ ਨਾਲ ਵੀ ਕਹਿ ਦਿੰਦੇ, ਹਜੂਰੀ ਸਦਾ ਤੇਰੀ ਹਜੂਰੀ ਰਹਿੰਦਾ, ਨਾਲ ਰਹਿੰਦਾ, ਹਾਜ਼ਰ ਨਾਜ਼ਰ ਪਰਮੇਸ਼ਰ ਜੋ ਤੇਰੇ ਰਹਿੰਦਾ ਹੈ। ਤਾ ਕਾ ਅੰਧਾ ਜਾਣਤ ਦੂਰੇ। ਇਹ ਅਗਿਆਨੀ ਗਿਆਨ ਰੂਪੀ ਨੇਤਰਾਂ ਤੋਂ ਅੰਨਾ ਜੀਵ ਉਹਨੂੰ ਦੂਰ ਜਾਣਦਾ। ਕਹੋ ਪਰਮੇਸ਼ਰ ਕਿੱਥੇ ਹੈ, ਉਹ ਇਹਨੂੰ ਦੂਰ ਲੱਗਦਾ। ਕਿਉਂ? ਜੇ ਪਰਮੇਸ਼ਰ ਸਾਧ ਸੰਗਤ ਜੀ ਲੱਗੇ ਨਾ ਨੇੜੇ, ਫਿਰ ਪਾਪ ਕਰਨ ਨੂੰ ਮਨ ਨਹੀਂ ਕਰਦਾ। ਜਿਹੜੇ ਗੁਰਮੁਖਾਂ ਨੇ ਬਾਣੀ ਪੜ੍ਹ ਕੇ, ਬਾਣੀ ਦੇ ਬਲ ਨਾਲ, ਨਾਮ ਸਿਮਰਨ ਦੇ ਬਲ ਦੇ ਨਾਲ ਪਰਮੇਸ਼ਰ ਨੂੰ ਨੇੜੇ ਜਾਣਿਆ, ਉਹ ਜਦੋਂ ਫਿਰ ਕੋਈ ਮਾੜਾ ਕਰਮ ਕਰਨ ਲੱਗਦੇ ਆ, ਕਿਸੇ ਦਾ ਬੁਰਾ ਹੋਣ ਲੱਗਦਾ ਹੈ, ਮਨ ਵਿੱਚ ਕਿਤੇ ਬੁਰਾ ਖਿਆਲ ਵੀ ਆਉਂਦਾ ਵੀ ਫਲਾਣੇ ਨਾਲ ਐਂ ਕਰੀਏ, ਉਸ ਸਮੇਂ ਫਿਰ ਉਸੇ ਵੇਲੇ ਪੈ ਮੰਨਦੇ ਨਹੀਂ ਮਨਾ। ਤੈਨੂੰ ਗੁਰੂ ਨਾਨਕ ਪਾਤਸ਼ਾਹ ਵੇਂਦੇ ਆ, ਤੈਨੂੰ ਪਰਮੇਸ਼ਰ ਵੇਂਦਾ, ਤੇ ਇਹ ਕਾਹਨੂੰ ਮੰਦਾ ਕਿਸ ਨੂੰ ਆਖੀ ਹੈ, ਜੋ ਸਭਨਾ ਸਾਹਿਬ ਏਕ। ਐ ਭੈ ਮੰਨਦੇ ਆ ਜਿਨ੍ਹਾਂ ਨੇ ਪਰਮੇਸ਼ਰ ਨੂੰ ਆਪਦੇ ਅੰਗ ਸੰਗ ਜਾਣਿਆ, ਤੇ ਸੱਚ ਹੈ ਪਰਮੇਸ਼ਰ ਰਹਿੰਦਾ ਵੀ ਫਿਰ ਉਹਨਾਂ ਦੇ ਅੰਗ ਸੰਗ ਹੈ। ਜਿਹੜੇ ਪਾਪ ਕਰਨ ਲੱਗਿਆਂ ਟਲਦੇ ਨਹੀਂ, ਕਹਿੰਦੇ ਪਰਮੇਸ਼ਰ ਕਿਹੜਾ ਰੱਬ ਹੈ, ਉਹ ਕਿਤੇ ਵੇਖਦਾ ਪਿਆ। ਉਹ ਸੱਚੀ ਗੱਲ ਹੈ, ਫਿਰ ਉਹ ਨਹੀਂ ਵੇਖਦਾ ਇਹਨਾਂ ਵੱਲ। ਕਰਦੇ ਆ ਪਾਪ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ। ਨਾਨਕ ਜੋ ਮਥਨ ਮਾਧਾਣੀਆਂ ਤਿਉ ਮਥੇ ਧਰਮ ਰਾਏ। ਸੜਦੇ ਆ, ਪਾਪ ਕਰਦੇ ਆ, ਕਰਹਿ ਪਾਪ ਅਮਿੱਤਿਆ। ਫਿਰ ਪਰਮੇਸ਼ਰ ਉਹਨਾਂ ਦੀ ਰੱਖਿਆ ਨਹੀਂ ਕਰਦਾ, ਕਿਉਂਕਿ ਉਹਨਾਂ ਨੇ ਕਦੇ ਜਾਣੇ ਹੀ ਨਹੀਂ ਪਰਮੇਸ਼ਰ ਸਾਡੇ ਨਾਲ ਹੈ। ਪਾਪ ਕਰਨ ਲੱਗਿਆਂ ਸੋਚਦੇ ਆ ਵੀ ਨਹੀਂ ਪਰਮੇਸ਼ਰ ਕੌਣ ਵੇਖਦਾ ਇੱਥੇ, ਆ ਜੱਗ ਮਿੱਠਾ ਅਗਲਾ ਕਿਨ ਡਿੱਠਾ, ਹੁਣ ਸੁੱਖ ਭੋਗੋ ਗਾਂ ਕਿੰਨੇ ਵੇਖਿਆ। ਤੇ ਸੰਸਾਰ ਤੇ ਰਹਿੰਦਿਆਂ ਪਾਪ ਕਰਦੇ ਆ, ਦੂਜੇ ਦਾ ਹੱਕ ਖਾਣਾ, ਚੋਰੀ ਕਰਨੀ, ਠੱਗੀ, ਧੋਖਾ, ਚੋਰੀ, ਯਾਰੀ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਸ਼ੇ ਵਿਕਾਰ ਭੋਗਦੇ ਆ। ਜੇ ਆਖੋ ਪਰਮੇਸ਼ਰ ਵੇਖਦਾ, ਕਹਿੰਦੇ ਕੋਈ ਨਹੀਂ ਵੇਖਦਾ, ਹੈ ਹੀ ਨਹੀਂ ਪਰਮੇਸ਼ਰ। ਉਹਨਾਂ ਵਾਸਤੇ ਸਦਾ ਹੀ ਨਹੀਂ ਹੈ ਪਰਮੇਸ਼ਰ। ਫਿਰ ਉੱਲੂ ਆਖੇ ਸੂਰਜ ਨਹੀਂ ਹੈ, ਉੱਲੂ ਆਪਦੇ ਤਲ ਤੇ ਸੱਚਾ, ਕਿਉਂ ਉਹਨੇ ਸੂਰਜ ਵੇਖਿਆ ਹੀ ਨਹੀਂ। ਜਦੋਂ ਸੂਰਜ ਚੜ੍ਹਦਾ ਉੱਲੂ ਅੰਨਾ ਹੋ ਜਾਂਦਾ। ਤੋ ਇਸੇ ਤਰ੍ਹਾਂ ਅਗਿਆਨੀ ਜਿਹੜੇ, ਉਹਨਾਂ ਨੂੰ ਨਾਸਤਿਕਾਂ ਨੂੰ ਪਰਮੇਸ਼ਰ ਬਾਰੇ ਆਖੋ, ਉਹ ਮੰਨਣਗੇ ਨਹੀਂ। ਉੱਲੂਆਂ ਵਰਗੇ ਆ, ਆਪਦੇ ਜਾਣੇ ਉਹ ਸੱਚੇ ਹੈ, ਕਿਉਂਕਿ ਉਹਨਾਂ ਨੇ ਸੱਚਮੁੱਚ ਹੈ ਪਰਮੇਸ਼ਰ ਦਾ ਅਨੁਭਵ ਕਦੇ ਹੋਇਆ ਹੀ ਨਹੀਂ, ਜਿਸ ਕਰਕੇ ਉਹ ਪਰਮੇਸ਼ਰ ਤੋਂ ਮੁਨਕਰ ਹਨ। ਤੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹੈ। ਤਾ ਕੋ ਅੰਧਾ ਜਾਣਤ ਦੂਰੇ। ਜਿਹੜਾ ਪਰਮੇਸ਼ਰ ਨਾਲ ਹੈ ਉਹਨੂੰ ਦੂਰ ਜਾਣਦਾ ਸਦਾ, ਕਿ ਉਹ ਮੇਰੇ ਨਾਲ ਨਹੀਂ ਹੈ, ਹਾਲਾਂਕਿ ਉਹ ਸਦਾ ਹੀ ਤੇਰੇ ਅੰਦਰ ਘਟ ਹੀ ਰਿਹਾ, ਸਮਾਏ ਤੇਰੇ ਦੇ ਅੰਦਰ ਬੈਠਾ, ਪਰ ਉਸ ਨੂੰ ਇਹ ਪ੍ਰਾਣੀ ਬਹੁਤ ਦੂਰ ਜਾਣਦਾ ਹੈ, ਅੰਨਾ
ਅਗਿਆਨੀ ਹੋਣ ਕਰਕੇ। ਜਾ ਕੀ ਟਹਿਲ ਪਾਵੈ ਦਰਗਹਿ ਮਾਨ। ਤੋ ਜਿਹਦੀ ਟਹਿਲ ਕਹੀਏ ਸੇਵਾ, ਜਿਸ ਪਰਮੇਸ਼ਰ ਦੀ ਸੇਵਾ ਟਹਿਲ ਕਰਨ ਦੇ ਨਾਲ ਦਰਗਾਹ ਵਿੱਚ ਸਤਿਕਾਰ ਹੁੰਦਾ। ਰੇ ਰੇ ਦਰਗਹਿ ਕਹੈ ਨ ਕੋਊ, ਆਓ ਬੈਠ ਆਦਰ ਸੁਭ ਦੇਉ। ਧਰਮ ਰਾਜਾ ਵੀ ਆਪਣਾ ਸਿੰਘਾਸਨ ਛੱਡ ਕੇ ਗੁਰਮੁਖਾਂ ਨੂੰ ਉੱਥੇ ਬਿਠਾਉਂਦਾ ਹੈ। ਆਓ ਬੈਠੋ, ਗੁਰੂ ਕੇ ਸਿੱਖੋ। ਤੋ ਇਸ ਤਰ੍ਹਾਂ ਜਿਹਦੀ ਸੇਵਾ ਕਰੋ, ਟਹਿਲ ਭਾਵਨਾ ਕਰਨ ਦੇ ਨਾਲ ਦਰਗਾਹ ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹ ਬੈਸਣ ਪਾਈਐ, ਕਹੋ ਨਾਨਕ ਬਾਹ ਲੁਡਾਈਐ। ਪਰਮੇਸ਼ਰ ਫਿਰ ਸੇਵਾ ਕਰਨ ਵਾਲੇ ਜਿਹੜੇ ਆ ਉਹ ਦਰਗਾਹ ਵਿੱਚ ਮਾਣ ਵੀ ਪਾਉਂਦੇ ਆ, ਤੇ ਉਹਨਾਂ ਨੂੰ ਪਰਮੇਸ਼ਰ ਇਉਂ ਲਾਡ ਲਡਾਉਂਦਾ ਜਿਵੇਂ ਕੋਈ 6-7 ਮਹੀਨੇ ਸਾਲ ਦੇ ਬੱਚੇ ਨੂੰ ਮਾਤਾ ਬਾਹਾਂ ਤੇ ਚੁੱਕਦੀ ਹੈ, ਲਾਡ ਲਡਾਉਂਦੀ ਹੈ, ਕਦੇ ਉੱਪਰ ਸੁੱਟਦੀ ਹੈ, ਕਦੇ ਗੋਦੀ ਚੱਕਦੀ ਹੈ। ਕਹੋ ਨਾਨਕ ਬਾਹ ਲੁਡਾਈ ਹੈ। ਉਵੇਂ ਬਾਹਾਂ ਤੇ ਸੇਵਾ ਕਰਨ ਵਾਲਿਆਂ ਨੂੰ, ਨਾਮ ਸਿਮਰਨ ਜਪਣ ਕਰਨ ਵਾਲਿਆਂ ਨੂੰ ਪਰਮੇਸ਼ਰ ਮਾਂ ਬਣ ਕੇ ਆਪਦੀਆਂ ਬਾਹਾਂ ਤੇ ਲਾਡ ਲਡਾਉਂਦਾ। ਨਾਲੇ ਦਰਗਾਹ ਵਿੱਚ ਬੜਾ ਸੁੰਦਰ ਮਾਣ ਸਤਿਕਾਰ ਪ੍ਰਾਪਤ ਹੁੰਦਾ ਹੈ। ਤਿਸ ਹੈ ਵਿਸਾਰੈ ਮੁਗਧ ਅਜਾਨ। ਪਰ ਹੁਣ ਮੂਰਖ ਹੈ ਨਾ, ਇੰਨੇ ਗੁਣਾਂ ਦੇ ਦਾਤੇ ਪਰਮੇਸ਼ਰ ਨੂੰ ਇਹਨੇ ਵਿਸਾਰਿਆ ਹੋਇਆ ਮਨੋਂ ਇਹ ਨਹੀਂ ਯਾਦ ਕਰਦਾ। ਪਰਮੇਸ਼ਰ ਸਦਾ ਵਾਸਤੇ ਇਹ ਮੁਗਧ ਮੂਰਖ ਅਜਾਣ ਅਣਿਆਣੇ ਨਿਆਣੇ ਬੇਸਮਝ ਦੇ ਮਨੋਂ ਵਿਸਰਿਆ ਹੋਇਆ ਹੈ, ਇਹਨੇ ਵਿਸਾਰਿਆ ਹੋਇਆ ਹੈ। ਸਦਾ ਸਦਾ ਇਹੋ ਭੂਲਨਹਾਰ। ਫਿਰ ਕੀ ਕਰੀਏ? ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਫਿਰ ਬੇਨਤੀ ਕਰੋ ਸੱਚੇ ਪਾਤਸ਼ਾਹ, ਸਾਡਾ ਮਨ ਤੁਹਾਨੂੰ ਭੁੱਲਿਆ ਹੋਇਆ, ਸਦਾ ਸਦਾ ਉਹ ਭੁੱਲਣਹਾਰ। ਸਤਿਗੁਰੂ ਸਾਡਾ ਮਨ ਜਿਹੜਾ ਉਹ ਸਦਾ ਸਦਾ ਹਮੇਸ਼ਾ ਵਾਸਤੇ ਭੁੱਲਣਹਾਰਾ ਹੈ, ਛਿਣ ਛਿਣ ਭੁੱਲਦਾ ਹੈ। ਲੇਖਾ ਕਤੇ ਨਾ ਛੂਟੀ ਹੈ, ਖਿਨ ਖਿਨ ਭੂਲਨਹਾਰ। ਬਖਸ਼ਨਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਮਹਾਰਾਜ ਜੇ ਲੇਖਾ ਕਰੋਗੇ ਤੇ ਲੇਖੇ ਨਾਲ ਤਾਂ ਅਸੀਂ ਛੁੱਟਣਾ ਹੀ ਨਹੀਂ, ਕਿਉਂਕਿ ਹਮ ਸਰ ਦੀਨ ਦਇਆਲ ਨਾ ਤੁਮ ਸਰ। ਕਹੋ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੋਹੇ ਸੰਸਾਰ ਨਾਹੀ ਦਇਆਲ, ਮੋਹਿ ਸੰਸਾਰ ਪਾਪੀ। ਤੁਹਾਡੇ ਵਰਗਾ ਕੋਈ ਬਖਸ਼ੰਦ ਨਹੀਂ ਤੇ ਸਾਡੇ ਵਰਗਾ ਪਾਪੀ ਨਹੀਂ। ਇਸ ਕਰਕੇ ਪ੍ਰਭੂ ਪਰਮੇਸ਼ਰ ਅਸੀਂ ਸਦਾ ਭੁੱਲਣ ਹਾਰੇ ਹਾਂ, ਖਿਨ ਖਿਨ ਭੁੱਲਣ ਵਾਲੇ ਹਾਂ। ਸਦਾ ਸਦਾ ਇਹ ਮਨ ਸਾਡਾ ਭੁੱਲਣ ਹਾਰਾ ਭੁੱਲਦਾ ਹੈ। ਨਾਨਕ ਰਾਖਨਹਾਰ ਅਪਾਰ। ਸਤਿਗੁਰੂ ਪ੍ਰਭੂ ਪਰਮੇਸ਼ਰ ਤੁਸੀਂ ਪਾਰਾਵਾਰ ਤੋਂ ਪਰੇ ਅਪਾਰ ਬੇਅੰਤ ਦਇਆਲਤਾ ਕਰਨ ਵਾਲੇ ਦਿਆਲੂ ਕਿਰਪਾਲੂ ਹੋ। ਆਪ ਸੱਚੇ ਪਾਤਸ਼ਾਹ ਜੀ ਰੱਖਣ ਵਾਲੇ ਹੋ। ਰੱਖ ਲੈਣਾ ਕਰੋ, ਮਿਹਰਾਮਤ ਕਰੋ। ਅਸੀਂ ਭੁੱਲਣ ਵਾਲੇ ਹਾਂ, ਪਾਪੀ ਹਾਂ, ਤੁਸੀਂ ਬਖਸ਼ਣ ਵਾਲੇ ਹੋ ਤੇ ਦਿਆਲੂ ਹੋ। ਇਸ ਕਰਕੇ ਮਹਾਰਾਜ ਅਸੀਂ ਪਾਪੀ ਪਾਪ ਕਰਦੇ ਹਾਂ, ਤੁਸੀਂ ਮਹਾਰਾਜ ਦਿਆਲੂ ਬਖਸ਼ਣਾ ਕਰੋ। ਇਸ ਤਰ੍ਹਾਂ ਜੀਵ ਦੀ ਮਹਾਰਾਜ ਮਿਹਰ ਕਰ ਕਲਿਆਣ ਕਰੋ। ਪਾਵਨ ਪਵਿੱਤਰ ਉਪਦੇਸ਼ ਸਿੱਖਿਆ ਸਤਿਗੁਰਾਂ ਦਾ, ਸ਼ੁਭ ਉਪਦੇਸ਼ ਹਿਰਦੇ ਵਸੇ। ਹੋਈਆਂ ਭੁੱਲਾਂ ਦੀ ਖਿਮਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਸਦਾ ਸਦਾ ਇਹੋ ਭੂਲਨਹਾਰ। ਨਾਨਕ ਰਾਖਨਹਾਰ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ